ਅਸਲ ਵਿੱਚ ਮਾਣਯੋਗ ਕੋਰਟ ਨੇ ਇਸ ਆਰਡਰ ਵਿੱਚ ਕਿਹਾ ਕਿ ਇਹ ਕੋਰਟ ਨੂੰ ਇਹ ਕਿਉਂ ਕਹਿਣਾ ਪਿਆ ਵੀ ਇਹ ਸਿੱਟ ਦੀ ਰਿਪੋਰਟ ਹੀ ਖਾਰਿਜ ਕੀਤੀ ਜਾਂਦੀ ਹੈ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਹੋਣਾ ਦੀ ਜਿਹੜੀ ਇੱਕ ਇਮੇਜ ਬਣੀ ਹੋਈ ਹੈ ਬੜੀ ਇਮਾਨਦਾਰ ਅਫਸਰ ਦੀ ਬਣੀ ਹੋਈ ਹੈ। ਸੋ ਆਨਰੇਬਲ ਕੋਰਟ ਨੇ ਇਹ ਕਿਹਾ ਹੈ ਕਿ ਜਿਹੜੇ ਵੀ ਵਿਕਟਿਮਸ ਨੇ, ਭਾਵੇਂ ਪੁਲਿਸ ਵਾਲੇ ਭਾਵੇਂ ਸਿਵਿਲੀਅਨ, ਇਸ ਕੇਸ ਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਜਸਟਿਸ ਦਿਵਾਉਣ ਦੀ ਲੋੜ ਹੈ। ਕਿ ਪਹਿਲੀ FIR ਦੇ ਵਿੱਚ ਪੁਲਿਸ ਵਾਲੇ ਜਿਹੜੇ ਸੀ ਉਹਨਾਂ ਨੇ ਲਿਖਿਆ ਸੀ ਕਿ ਪਬਲਿਕ ਐਗਰੈਸਰ ਹੈ। ਬਾਅਦ ਦੇ ਵਿੱਚ FIR ਦੇ ਵਿੱਚ ਇਹ ਆਇਆ ਹੈ ਕਿ ਪਬਲਿਕ ਇਨੋਸੈਂਟ ਸੀ, ਪਾਰਟ ਕਰ ਰਹੀ ਸੀ, ਔਰ ਪੁਲਿਸ ਐਗਰੈਸਰ ਸੀ। ਸੋ ਦੋਵਾਂ ਸਾਈਡਾਂ ਦੀ ਜਿਹੜੀ ਵਰਜ਼ਨਸ ਨੇ ਬਿਲਕੁਲ ਕੰਟਰਾਡਿਕਟਰੀ। ਇਹ ਤਾਂ ਅਸੀਂ ਸੁਣਿਆ ਹੈ ਵੀ ਪੁਲਿਸ ਵਾਲੇ ਜਿਹੜੇ ਨੇ ਆਮ ਲੋਕਾਂ ਦੀ ਨਾ ਸੁਣਨ, ਪਰ ਪੁਲਿਸ ਵਾਲੇ ਇਨਵੈਸਟੀਗੇਟ ਕਰ ਰਹੇ ਨੇ, ਸਿੱਟ ਬਣੀ ਹੈ ਪੁਲਿਸ ਵਾਲਿਆਂ ਨੇ, ਪੁਲਿਸ ਵਾਲਿਆਂ ਦੇ ਬਿਆਨ ਨਹੀਂ ਲਏ। ਇਹ ਕਿਵੇਂ ਹੋ ਸਕਦਾ? ਇਹ ਤਾਂ ਤੁਸੀਂ ਹੁਣ SIT ਨੂੰ ਪੁੱਛੋ ਨਾ, ਜਿਹੜੀ ਪਿਛਲੀ ਸੀ, ਉਹਦਾ ਤਾਂ ਮੈਂ ਕੀ ਜਵਾਬ ਦੇਵਾਂ ਉਹਨਾਂ ਨੇ ਕਿਉਂ ਨਹੀਂ ਲਏ। ਫਾਰਮਰ CM ਜਾਂ ਡਿਪਟੀ CM ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਹੋਣਾ ਦਾ ਨਾਮ ਵੀ ਕਿਤੇ ਲਿਖਿਆ ਹੋ। ਉਸ ਵੇਲੇ ਦੀ ਗਵਰਨਮੈਂਟ ਨੇ ਆਪਣੇ ਲਈ DGP ਨੂੰ ਟ੍ਰਾਂਸਫਰ ਆਊਟ ਕੀਤਾ। ਕਿਉਂ ਕੀਤਾ? ਇਹਦਾ ਮਤਲਬ ਉਹ ਮੰਨਦੇ ਸੀ ਕਿ ਸੁਮੇਧ ਸੈਣੀ ਦੀ ਗਲਤੀ ਹੈ। ਸੋ ਉਸੇ ਤਰ੍ਹਾਂ ਗਲਤੀ ਸੁਮੇਧ ਸੈਣੀ ਤੱਕ ਮੁੱਕ ਰਹੀ ਹੈ ਇਸ ਕੇਸ ਦੇ ਵਿੱਚ। ਮੈਂ ਤਾਂ ਕੋਰਟ ਦੇ ਆਰਡਰ ਦੀ ਸਭ ਤੋਂ ਵੱਡੀ ਚੀਜ਼ ਆਹੀ ਗਿਣ ਰਿਹਾ ਕਿ ਟਾਈਮ ਬਾਉਂਡ ਇਨਵੈਸਟੀਗੇਸ਼ਨ ਹੋਣ ਜਾ ਰਹੀ ਹੈ, ਜੋ ਸਾਨੂੰ ਬਹੁਤ ਦੇਰ ਤੋਂ ਮੇਰੇ ਓਪੀਨੀਅਨ ਦੇ ਵਿੱਚ ਇਸ ਕੇਸ ਦੀ ਇੱਕ ਰਿਕੁਆਇਰਮੈਂਟ ਸੀ। ਬਹਿਬਲ ਕਲਾਂ ਕੋਟਕਪੂਰਾ ਗੋਲੀकांड ਦੇ ਵਿੱਚ ਸਿੱਟ ਦੀ ਰਿਪੋਰਟ ਤੇ ਆਏ ਮਾਣਯੋਗ ਕੋਰਟ ਦੇ ਆਰਡਰ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਦੇਖਣ ਨੂੰ ਮਿਲੀ। ਚਾਹੇ ਸੁਖਬੀਰ ਸਿੰਘ ਬਾਦਲ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਆਮ ਆਦਮੀ ਪਾਰਟੀ ਹੋਵੇ, ਹਰ ਇੱਕ ਬੰਦਾ ਸਿਆਸਤ ਕਰਦਾ ਨਜ਼ਰ ਆਇਆ। ਪਰ ਉਸ ਆਰਡਰ ਦੇ ਵਿੱਚ ਆਖਰ ਲਿਖਿਆ ਕੀ ਹੈ, ਤੁਹਾਨੂੰ ਅੱਜ ਇਹ ਦੱਸਾਂਗੇ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਐਡਵੋਕੇਟ ਪ੍ਰਦੀਪ ਵਿਰਕ ਤੇ ਉਹਨਾਂ ਦੇ ਕੋਲ ਕੋਰਟ ਦੀ ਉਹ ਜਿਹੜੀ ਕੋਰਟ ਦੇ ਆਰਡਰ ਵੀ ਮੌਜੂਦ ਨੇ। ਸਰ ਕੋਲ ਸਵਾਲ ਪੁੱਛਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ, ਬਹੁਤ ਸਵਾਗਤ ਹੈ ਦ ਖਬਰਸਾਰ ਤੇ। ਸ਼ੁਕਰੀਆ ਜੀ। ਸਰ, ਇਸ ਆਰਡਰ ਤੋਂ ਬਾਅਦ ਤੁਸੀਂ ਵੀ ਜਾਣੂ ਬਹੁਤ ਜ਼ਿਆਦਾ ਬਿਆਨਬਾਜ਼ੀ ਹੋਈ ਹੈ। ਅਸਲ ਵਿੱਚ ਮਾਣਯੋਗ ਕੋਰਟ ਨੇ ਇਸ ਆਰਡਰ ਵਿੱਚ ਕਿਹਾ ਕੀ ਹੈ? ਕੋਰਟ ਨੇ ਜੀ ਇਸ ਕੇਸ ਦੇ ਵਿੱਚ ਆਨਰੇਬਲ ਹਾਈ ਕੋਰਟ ਨੇ ਡਾਇਰੈਕਸ਼ਨਸ ਇਸ਼ੂ ਕੀਤੀਆਂ ਕਿ ਮਿਸਟਰ ਕੁੰਵਰ ਵਿਜੇ ਐਜ਼ ਐਨ ਇਨਵੈਸਟੀਗੇਟਿੰਗ ਆਫਿਸਰ ਟੀਮ ਦਾ ਹਿੱਸਾ ਨਾ ਹੋਣ। ਨਵੀਂ SIT ਬਣਾਈ ਜਾਵੇ, ਜਿਹੜੇ 3 ਮੈਂਬਰਸ ਹੋਣ, ਉਹਨਾਂ ਦੇ ਵਿੱਚ ਮਿਸਟਰ ਕੁੰਵਰ ਵਿਜੇ ਨਾ ਹੋਣ। ਉਹ ਟੀਮ ਇਨਵੈਸਟੀਗੇਟ ਕਰੇ, ਕਿਸੇ ਵੀ ਸੀਨੀਅਰ ਨੂੰ ਰਿਪੋਰਟ ਕਰਨ ਦੀ ਜਗ੍ਹਾ ਆਪਣੀ ਤਫਤੀਸ਼ ਪੂਰੀ ਕਰਕੇ ਬਿਨਾਂ ਕਿਸੇ ਮੀਡੀਆ ਦੇ ਵਿੱਚ ਲੀਕੇਜ ਕੀਤਿਆਂ ਉਹ ਸਿੱਧਾ ਕੋਰਟ ਦੇ ਵਿੱਚ ਆਪਣੀ ਰਿਪੋਰਟ ਫਾਈਲ ਕਰੇ, ਔਰ ਇਹ ਜਿੰਨੀ ਛੇਤੀ ਹੋ ਸਕੇ ਕੀਤਾ ਜਾਵੇ, ਪ੍ਰੈਫਰੇਬਲੀ 6 ਮਹੀਨਿਆਂ ਦੇ ਵਿੱਚ। ਇਹ ਡਾਇਰੈਕਸ਼ਨਸ ਕੋਰਟ ਨੇ ਇਮੀਡੀਏਟਲੀ ਇਸ਼ੂ ਕੀਤੀਆਂ। ਸਰ, ਕੋਰਟ ਨੂੰ ਇਹ ਕਿਉਂ ਕਹਿਣਾ ਪਿਆ ਵੀ ਇਹ ਸਿੱਟ ਦੀ ਰਿਪੋਰਟ ਹੀ ਖਾਰਿਜ ਕੀਤੀ ਜਾਂਦੀ ਹੈ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਹੋਣਾ ਦੀ ਜਿਹੜੀ ਇੱਕ ਇਮੇਜ ਬਣੀ ਹੋਈ ਹੈ ਬੜੀ ਇਮਾਨਦਾਰ ਅਫਸਰ ਦੀ ਬਣੀ ਹੋਈ ਹੈ, ਤੇ ਕੁਝ ਕਮੀਆਂ ਲੱਗੀਆਂ ਨੇ ਜੋ ਕਮੀਆਂ ਨੂੰ ਇਸ ਆਰਡਰ ਦੇ ਵਿੱਚ ਵੀ ਦੱਸਿਆ ਗਿਆ ਹੋਵੇ। ਦੇਖੋ, ਇਮਾਨਦਾਰੀ ਜਾਂ ਪ੍ਰੋਫੈਸ਼ਨਲ ਐਕਸਪਰਟੀਜ਼ ਜਾਂ ਤਫਤੀਸ਼ੀ ਐਕਸਪਰਟੀਜ਼ ਉਹ ਅੱਡ ਚੀਜ਼ਾਂ ਹੁੰਦੀਆਂ। ਇੱਥੇ ਇਮਾਨਦਾਰੀ ਦਾ ਇਸ਼ੂ ਕਦੇ ਸੀ ਨਹੀਂ। ਇਮਾਨਦਾਰੀ ਜਾਂ ਕਰਪਸ਼ਨ ਉਹ ਮੁੱਦਾ ਇੱਥੇ ਸੀ ਨਹੀਂ। ਇੱਥੇ ਤਾਂ ਬੜੀ ਸਿੰਪਲ ਜੀ ਗੱਲ ਸੀ ਕਿ ਕੀ ਇਨਵੈਸਟੀਗੇਸ਼ਨ ਫੇਅਰ ਹੋ ਰਹੀ ਹੈ ਜਾਂ ਨਹੀਂ। ਉਹਨਾਂ ਚੀਜ਼ਾਂ 'ਤੇ ਮੈਂ ਤਾਂ ਨਹੀਂ ਇਸ ਟਾਈਮ 'ਤੇ ਕਮੈਂਟ ਕਰ ਸਕਦਾ, ਬਿਕੋਜ਼ ਜੋ ਕੋਰਟ ਨੇ ਫਾਈਂਡਿੰਗਸ ਦਿੱਤੀਆਂ ਹੈ ਉਹ ਡਿਪੈਂਡ ਕਰਦਾ ਹੈ ਗਵਰਨਮੈਂਟ ਉਹਨਾਂ ਨੂੰ ਐਕਸੈਪਟ ਕਰਦੀ ਹੈ ਜਾਂ ਉਹਨਾਂ ਨੂੰ SLP ਦੇ ਵਿੱਚ ਚੈਲੰਜ ਕਰਦੀ ਹੈ, ਕੀ ਉਹਦੀ ਆਊਟਕਮ ਹੁੰਦੀ ਹੈ, ਉਹਨਾਂ ਚੀਜ਼ਾਂ 'ਤੇ ਡਿਪੈਂਡ ਕਰਦਾ। ਸੋ ਮੇਰਾ ਉਸ ਚੀਜ਼ ਨੂੰ ਡਿਸਕਸ ਕਰਨਾ ਐਟ ਦਿਸ ਸਟੇਜ, ਜਦੋਂ ਮੈਟਰ ਅੰਡਰ ਕੰਸੀਡਰੇਸ਼ਨ ਹੈ, ਉਹ ਠੀਕ ਨਹੀਂ ਹੈ। ਰਹੀ ਗੱਲ ਜਿਹੜਾ ਦੂਜਾ ਪਾਰਟ ਹੈ, ਮੈਂ ਇਸ ਜਜਮੈਂਟ ਦਾ ਇੱਕ ਪਾਰਟ ਬਹੁਤ ਵਧੀਆ ਕਹਿਣਾ ਕਿ ਦੇਖੋ, ਜਿਹੜੇ ਪਟੀਸ਼ਨਰ ਸੀ ਜੀ ਉਹਨਾਂ ਨੇ ਵੀ ਕਿਹਾ ਕਿ ਜੀ ਤਫਤੀਸ਼ ਕੀਤੀ ਜਾਵੇ, ਤਫਤੀਸ਼ ਤੋਂ ਅਸੀਂ ਨਹੀਂ ਭੱਜਦੇ, ਫੇਅਰ ਇਨਵੈਸਟੀਗੇਸ਼ਨ ਦੀ ਲੋੜ ਹੈ। ਜਿਹੜੇ ਵਿਕਟਿਮਸ ਹੈ ਉਹ ਵੀ ਕਹਿ ਰਹੇ ਹੈ ਕਿ ਜੀ ਤਫਤੀਸ਼ ਦੀ ਲੋੜ ਹੈ, ਸਰਕਾਰ ਵੀ ਕਹਿ ਰਹੀ ਹੈ ਤਫਤੀਸ਼ ਦੀ ਲੋੜ ਹੈ। ਸੋ ਆਨਰੇਬਲ ਕੋਰਟ ਨੇ ਇਹ ਕਿਹਾ ਹੈ ਕਿ ਜਿਹੜੇ ਵੀ ਵਿਕਟਿਮਸ ਨੇ, ਭਾਵੇਂ ਪੁਲਿਸ ਵਾਲੇ ਭਾਵੇਂ ਸਿਵਿਲੀਅਨ, ਇਸ ਕੇਸ ਦੇ, ਉਹਨਾਂ ਨੂੰ ਛੇਤੀ ਤੋਂ ਛੇਤੀ ਜਸਟਿਸ ਦਿਵਾਉਣ ਦੀ ਲੋੜ ਹੈ। ਨਹੀਂ ਤਾਂ ਉਹ ਐਂਡਲੈਸਲੀ ਵੇਟ ਕਰਨਗੇ ਜਸਟਿਸ ਲਈ, ਜਿਸ ਕਰਕੇ ਉਹਨਾਂ ਨੇ ਕਿਹਾ ਨਵੀਂ SIT ਬਣਾਓ, ਕੋਈ ਇੰਟਰਫੀਅਰੈਂਸ ਨਹੀਂ ਕਿਸੇ ਦੀ ਵੀ, ਨਾ ਉਹ ਕਿਸੇ ਸੀਨੀਅਰ ਨੂੰ ਰਿਪੋਰਟ ਕਰਨ, ਔਰ ਪ੍ਰੈਫਰੇਬਲੀ 6 ਮਹੀਨਿਆਂ 'ਚ ਆਪਣੀ ਤਫਤੀਸ਼ ਪੂਰੀ ਕਰਨ। ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਜਜਮੈਂਟ ਦਾ ਕਿ ਟਾਈਮ ਬਾਉਂਡ ਇਨਵੈਸਟੀਗੇਸ਼ਨ ਆਰਡਰ ਹੋਈ ਹੈ। ਸੋ ਜੇ 6 ਮਹੀਨਿਆਂ ਦੇ ਵਿੱਚ ਇਹ ਤਫਤੀਸ਼ ਮੁਕੰਮਲ ਹੋ ਜਾਂਦੀ ਹੈ, ਹੋ ਸਕਦਾ 6 ਤੋਂ ਪਹਿਲਾਂ ਵੀ ਕਰ ਲੈਣ, ਕਿਹੜੀ SIT ਬਣਦੀ ਹੈ ਉਹ ਬਣਾਉਂਦੇ ਆ ਜਾਂ ਉਹਨੂੰ ਆਰਡਰ ਨੂੰ ਚੈਲੰਜ ਕਰਦੇ ਹੈ ਜਾਂ ਕੰਪਲਾਈ ਵਿਦ ਕਰਕੇ 6 ਮਹੀਨੇ 'ਚ ਤਫਤੀਸ਼ ਪੂਰੀ ਕਰਦੇ, ਉਹਨਾਂ ਚੀਜ਼ਾਂ 'ਤੇ ਡਿਪੈਂਡ ਕਰੂਗਾ। ਸਰ, ਮਾਣਯੋਗ ਕੋਰਟ ਦੇ ਆਰਡਰ 'ਤੇ ਵੀ ਆਵਾਂਗੇ। ਤੁਸੀਂ ਇੱਕ ਸ਼ਬਦ ਯੂਜ਼ ਕੀਤਾ, ਤੁਸੀਂ ਕਿਹਾ ਵੀ ਮਾਣਯੋਗ ਕੋਰਟ ਨੇ ਕਿਹਾ ਵਿਕਟਿਮ ਕੋਈ ਵੀ ਹੋਵੇ, ਚਾਹੇ ਉਹ ਸਿਵਿਲੀਅਨਸ ਹੋਣ ਚਾਹੇ ਪੁਲਿਸ ਵਾਲੇ ਹੋਣ, ਜੀ
ਇਸ ਤੋਂ ਤੁਹਾਡਾ ਭਾਵ ਕੀ ਹੈ? ਐਕਚੁਅਲੀ ਇਹਦੇ ਵਿੱਚ ਗੱਲ ਇਹ ਆਉਂਦੀ ਹੈ ਕਿ ਜਿਹੜੀ ਕੋਟਕਪੂਰਾ ਕੇਸਿਸ ਸੀਗੇ 192 ਐਫਆਈਆਰ ਔਰ ਐਫਆਈਆਰ 129 ਇਹਨਾਂ ਦੋਵਾਂ ਦਾ ਹੀ ਇਹ ਪਟੀਸ਼ਨ ਸੀ। ਦੂਜੇ ਕੇਸਿਸ ਦੀ ਅਜੇ 13th ਮਈ ਨੂੰ ਲੱਗੀ ਹੋਈ ਹੈ ਪਟੀਸ਼ਨ। ਸੋ ਆਨਰੇਬਲ ਕੋਰਟ ਦਾ ਇਹਦੇ 'ਚ ਇਹ ਕਹਿਣਾ ਸੀ ਕਿ ਪਹਿਲੀ ਐਫਆਈਆਰ ਦੇ ਵਿੱਚ ਪੁਲਿਸ ਵਾਲੇ ਜਿਹੜੇ ਸੀ ਉਹਨਾਂ ਨੇ ਲਿਖਿਆ ਸੀ ਕਿ ਪਬਲਿਕ ਐਗਰੈਸਰ ਹੈ। ਬਾਅਦ ਦੇ ਵਿੱਚ ਐਫਆਈਆਰ ਦੇ ਵਿੱਚ ਇਹ ਆਇਆ ਹੈ ਕਿ ਪਬਲਿਕ ਇਨੋਸੈਂਟ ਸੀ, ਪਾਠ ਕਰ ਰਹੀ ਸੀ ਔਰ ਪੁਲਿਸ ਐਗਰੈਸਰ ਸੀ। ਸੋ ਦੋਵਾਂ ਸਾਈਡਾਂ ਦੀ ਜਿਹੜੀ ਵਰਜ਼ਨਸ ਨੇ ਬਿਲਕੁਲ ਕੰਟਰਾਡਿਕਟਰੀ ਨੇ। ਸੋ ਇਸ ਕਰਕੇ ਜਿਹੜੇ ਪੁਲਿਸ ਵਾਲੇ ਇੰਜਰ ਹੋਏ ਆ ਉਹਨਾਂ ਦੀ ਵਰਜ਼ਨਸ ਨਹੀਂ ਲਈਆਂ ਗਈਆਂ, ਉਹਨਾਂ ਨੂੰ ਇੰਜਰੀਜ਼ ਕਿਵੇਂ ਕਾਜ਼ ਹੋਈਆਂ ਉਹ ਚੀਜ਼ ਕੰਸੀਡਰ ਨਹੀਂ ਕੀਤੀ ਗਈ। ਸੋ ਇਸ ਕਰਕੇ ਕੋਰਟ ਨੇ ਕਿਹਾ ਕਿ ਭਾਵੇਂ ਪੁਲਿਸ ਵਾਲੇ ਜਿਹੜੇ ਇੰਜਰ ਹੋਏ ਜਾਂ ਸਿਵਿਲੀਅਨ ਇੰਜਰ ਹੋਏ ਜਾਂ ਜਿਨ੍ਹਾਂ ਦੀ ਡੈਥ ਹੋ ਗਈ, ਉਹ ਸਾਰੇ ਦੀ ਤਫਤੀਸ਼ ਹੋਣੀ ਚਾਹੀਦੀ ਹੈ ਔਰ ਉਹ ਜ਼ਰੂਰੀ ਹੈ। ਇਸ ਕਰਕੇ ਨਵੀਂ ਐਸਆਈਟੀ ਪੂਰੀ ਤਫਤੀਸ਼ ਕਰੇ। ਸਰ ਤੁਸੀਂ ਕਿਹਾ ਪੁਲਿਸ ਵਾਲੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਦਾ ਵਰਜਨ, ਉਹਨਾਂ ਦਾ ਬਿਆਨ ਲਿਆ ਨਹੀਂ ਗਿਆ, ਪਰ ਇਹ ਤਾਂ ਅਸੀਂ ਸੁਣਿਆ ਹੈ ਬਈ ਪੁਲਿਸ ਵਾਲੇ ਜਿਹੜੇ ਨੇ ਆਮ ਲੋਕਾਂ ਦੀ ਨਾ ਸੁਣਨ, ਪਰ ਪੁਲਿਸ ਵਾਲੇ ਇਨਵੈਸਟੀਗੇਟ ਕਰ ਰਹੇ ਨੇ, ਸਿੱਟ ਬਣੀ ਹੈ ਪੁਲਿਸ ਵਾਲਿਆਂ ਨੇ, ਪੁਲਿਸ ਵਾਲਿਆਂ ਦੇ ਬਿਆਨ ਨਹੀਂ ਲਏ, ਇਹ ਕਿਵੇਂ ਹੋ ਸਕਦਾ? ਇਹ ਤਾਂ ਤੁਸੀਂ ਹੁਣ ਐਸਆਈਟੀ ਨੂੰ ਪੁੱਛੋ ਨਾ, ਜਿਹੜੀ ਪਿਛਲੀ ਸੀ ਉਹਦਾ ਤਾਂ ਮੈਂ ਕੀ ਜਵਾਬ ਦੇਵਾਂ ਉਹਨਾਂ ਨੇ ਕਿਉਂ ਨਹੀਂ ਲਏ ਜਾਂ ਉਹਨਾਂ ਨੂੰ ਕਿਉਂ ਲੱਗਿਆ ਕਿ ਇਹ ਐਮਐਲਆਰ ਜਿਹੜੀਆਂ ਹੈਗੀਆਂ, ਕਿਉਂਕਿ ਜਾਂ ਤਾਂ ਤੁਸੀਂ ਕਹੋਗੇ ਕਿ ਐਮਐਲਆਰ ਗਲਤ ਸੀਗੀਆਂ, ਉਹ ਐਮਐਲਆਰਸ ਕਦੇ ਹੋਈਆਂ ਹੀ ਨਹੀਂ, ਪੁਲਿਸ ਵਾਲਿਆਂ ਨੂੰ ਸੱਟਾਂ ਹੀ ਨਹੀਂ ਵੱਜੀਆਂ। ਜੇ ਸੱਟਾਂ ਵੱਜੀਆਂ ਹੈ ਔਰ ਉਹ ਐਮਐਲਆਰਸ ਠੀਕ ਨੇ ਤੇ ਉਹਨਾਂ ਦੀ ਵਰਜ਼ਨ ਕਿਉਂ ਨਹੀਂ ਲਈ, ਉਹ ਤਾਂ ਹੁਣ ਜਾਂ ਮਿਸਟਰ ਕੁਮਰ ਦੱਸ ਸਕਦੇ ਆ ਜਾਂ ਬਾਕੀ ਐਸਆਈਟੀ ਦੇ ਮੈਂਬਰਸ ਦੱਸ ਸਕਦੇ, ਉਹਦੇ 'ਚ ਤਾਂ ਹੁਣ ਮੈਂ ਕੀ ਜਵਾਬ ਦੇਵਾਂ। ਸਰ ਇਹਦਾ ਚਲੋ ਪੁਲਿਸ ਵਾਲਿਆਂ ਦੇ ਬਿਆਨ ਨਹੀਂ ਲਈ ਜਿਹੜੇ ਵਿਕਟਿਮਸ ਨੇ, ਇਸ ਆਰਡਰ ਦੇ ਵਿੱਚ ਕਿਤੇ ਫਾਰਮਰ ਸੀਐਮ ਜਾਂ ਡਿਪਟੀ ਸੀਐਮ ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਹੋਣਾ ਦਾ ਨਾਮ ਵੀ ਕਿਤੇ ਲਿਖਿਆ ਹੋਇਆ? ਉਹਨਾਂ ਨੇ ਕਿਹਾ ਹੈ ਕੋਰਟ ਨੇ ਕਿ ਮਿਸਟਰ ਬਾਦਲ ਕਦੇ ਵੀ ਅਕਿਊਜ਼ ਨਹੀਂ ਬਣਾਏ ਗਏ ਇਸ ਕੇਸ 'ਚ। ਤਾਂ ਜਿਹੜਾ ਮੈਂ ਤੁਹਾਨੂੰ ਰੋਕਾਂਗਾ, ਮਾਫੀ ਚਾਹਾਂਗਾ, ਪਰ ਇਹ ਜਿਹੜੀ ਕਹਾਣੀ ਮੈਂ ਕਹਾਣੀ ਕਹਾਂਗਾ ਜਾਂ ਇੱਕ ਤਸਵੀਰ ਜੋ ਦਿਖਾਈ ਜਾ ਰਹੀ ਹੈ ਉਹਦੇ ਵਿੱਚ ਤਾਂ ਮੇਨ ਅਕਿਊਜ਼ਡ ਹੀ ਜੋ ਪ੍ਰੋਜੈਕਟ ਕੀਤੇ ਜਾ ਰਹੇ ਨੇ ਬਾਦਲ ਫੈਮਿਲੀ ਕੀਤੀ ਜਾ ਰਹੀ ਹੈ। ਦੇਖੋ ਕੋਰਟ ਨੇ ਉਹੀ ਕਿਹਾ ਹੈ ਕਿ ਉਹਨਾਂ ਨੂੰ ਕਦੇ ਅਕਿਊਜ਼ਡ ਹੀ ਨਹੀਂ ਬਣਾਇਆ ਗਿਆ, ਔਰ ਉਹ ਗੱਲ ਤਾਂ ਹੈ ਬਿਕੋਜ਼ ਤੁਸੀਂ ਦੇਖ ਲਓ 9 ਚਲਾਨ ਫਾਈਲ ਹੋਏ ਆ ਟੋਟਲ ਜੀ। ਅਕਿਊਜ਼ਡ ਬੰਦਾ ਕਦੋਂ ਹੁੰਦਾ ਹੈ? ਜਦੋਂ ਉਹਦੇ ਖਿਲਾਫ ਚਲਾਨ ਫਾਈਲ ਹੋ ਜਾਏ ਔਰ ਉਹ ਕਾਲਮ ਦੇ ਵਿੱਚ ਉਹਨੂੰ ਅਕਿਊਜ਼ਡ ਮੈਂਸ਼ਨ ਕੀਤਾ ਜਾਵੇ, ਕੋਰਟ ਉਹਨੂੰ ਸਮਨ ਇਸ਼ੂ ਕਰੇ। ਸੋ ਜਦੋਂ ਉਹਨਾਂ ਦਾ ਨਾਂ ਹੀ ਨਹੀਂ ਉੱਥੇ ਲਿਖਿਆ, ਸੋ ਅਕਿਊਜ਼ਡ ਕਿਵੇਂ ਬਣ ਗਏ? ਕੋਰਟ ਦਾ ਵੀ ਆਹੀ ਕਹਿਣਾ ਸੀ ਕਿ ਜਦੋਂ ਤੁਸੀਂ ਕਿਸੇ ਨੂੰ ਕੋਈ ਰੋਲ ਐਟਰੀਬਿਊਟ ਕਰ ਰਹੇ ਹੋ, ਸੋ ਤੁਸੀਂ ਉਸ ਬੰਦੇ ਨੂੰ ਅਕਿਊਜ਼ਡ ਕਿਉਂ ਨਹੀਂ ਬਣਾ ਰਹੇ, ਭਾਵੇਂ ਉਹ ਫਾਰਮਰ ਸੀਐਮ ਹੈ। ਤੁਹਾਡਾ ਨਾਂ ਬਣਾਉਣ ਦਾ ਮਤਲਬ ਹੀ ਆਏ ਕਿ ਤੁਸੀਂ ਕਹਿ ਰਹੇ ਹੋ ਕਿ ਉਹ ਅਕਿਊਜ਼ ਨਹੀਂ ਹੈ, ਔਰ ਜੇ ਉਹ ਅਕਿਊਜ਼ ਨਹੀਂ ਹੈ ਤਾਂ ਹਾਊ ਕੈਨ ਯੂ ਸੇ ਹੀ ਇਜ਼ ਐਨ ਅਕਿਊਜ਼ਡ, ਉਹ ਜਦੋਂ ਲਿਖ ਨਹੀਂ ਰਹੇ ਹੋ ਉੱਥੇ। ਮਤਲਬ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂ ਫਿਰ ਸੁਖਬੀਰ ਸਿੰਘ ਬਾਦਲ ਨੂੰ ਕਦੇ ਅਕਿਊਜ਼ਡ ਬਣਾਇਆ ਹੀ ਨਹੀਂ ਗਿਆ, ਚਲਾਨ ਵਿੱਚ ਕਦੇ ਨਾਮ ਪਾਇਆ ਹੀ ਨਹੀਂ ਗਿਆ? ਨਹੀਂ, ਕਦੇ ਵੀ ਨਹੀਂ। ਚਲਾਨ ਦੀ ਜਿਹੜੀ ਤਫਤੀਸ਼ ਦੀ ਡਿਟੇਲ ਦੇ ਵਿੱਚ ਨਾਂ ਲਿਖਿਆ ਹੈ, ਕਾਲ ਡਿਟੇਲਸ ਮੈਂਸ਼ਨ ਕੀਤੀਆਂ, ਪਰ ਕਿਤੇ ਵੀ ਆ ਨਹੀਂ ਕਿਹਾ ਕਿ ਉਹ ਅਕਿਊਜ਼ਡ ਨੇ ਅੱਜ ਤੱਕ। ਤੁਸੀਂ ਕਹਿ ਰਹੇ ਕਾਲ ਡਿਟੇਲਸ ਵੀ ਲਾਈਆਂ ਗਈਆਂ ਨੇ, ਚਾਹੇ ਉਹ ਡਿਪਟੀ ਸੀਐਮ ਫਾਰਮਰ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦੀਆਂ ਹੋਣ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਹੋਣ, ਕਾਲ ਡਿਟੇਲਸ ਲਾਈਆਂ ਗਈਆਂ ਨੇ, ਤਾਂ ਲਾਇਬਿਲਿਟੀ ਕਿਵੇਂ ਨਹੀਂ ਬਣਦੀ, ਜਾਂ ਫਿਰ ਲਾਇਬਿਲਿਟੀ ਜੇ ਬਣਦੀ ਹੈ ਤਾਂ ਫਿਰ ਕਿਹਦੀ ਬਣਦੀ ਹੈ? ਕੋਰਟ ਦੇ ਵਿੱਚ ਜਦੋਂ ਕਾਲ ਡਿਟੇਲਸ ਲਾਤੀਆਂ, ਜਾਂ ਤਾਂ ਰਿਕਾਰਡਿੰਗ ਹੁੰਦੀ ਜਿਹਦੇ ਵਿੱਚ ਇਹ ਹੁੰਦਾ ਕਿ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਹੈ। ਲਾਇਬਿਲਿਟੀ ਡੀਜੀਪੀ ਦੀ ਬਣਦੀ ਹੈ ਬਿਕੋਜ਼ ਡੀਜੀਪੀ ਉਸ ਵੇਲੇ ਡਾਇਰੈਕਸ਼ਨਸ ਇਸ਼ੂ ਕਰ ਰਿਹਾ ਸਿਚੁਏਸ਼ਨ ਦੀਆਂ, ਸੀਐਮ ਨੂੰ ਅਪਰਾਈਜ਼ ਕੀਤਾ ਜਾ ਰਿਹਾ ਹੈ, ਔਰ ਡੀਜੀਪੀ ਸੀਐਮ ਦੇ ਇਲੀਗਲ ਆਰਡਰ ਨੂੰ ਓਬੇ ਕਰਨ ਲਈ ਕਿਤੇ ਵੀ ਬਾਉਂਡ ਨਹੀਂ ਹੈ। ਜੇ ਸੀਐਮ ਨੇ ਕੋਈ ਇਲੀਗਲ ਆਰਡਰ ਮੰਨ ਲਓ ਪਾਸ ਕੀਤਾ ਹੁੰਦਾ, ਡੀਜੀਪੀ ਉਹਨੂੰ ਫੋਲੋ ਕਰਦਾ, ਤੇ ਡੀਜੀਪੀ ਵੁੱਡ ਹੈਵ ਬੀਨ ਗਿਲਟੀ ਔਨ ਹਿਜ਼ ਓਨ। ਇਹਦਾ ਇਹ ਮਤਲਬ ਨਹੀਂ ਹੈ ਕਿ ਕੱਲ੍ਹ ਨੂੰ ਸੀਐਮ ਕੋਈ ਆਰਡਰ ਕਰ ਦੇਣ ਤੇ ਡੀਜੀਪੀ ਉਹ ਗਲਤ ਆਰਡਰ ਵੀ ਇੰਪਲੀਮੈਂਟ ਕਰਨਗੇ, ਨਹੀਂ। ਡੀਜੀਪੀ ਦੀ ਇੰਡੀਵਿਜੂਅਲ ਰਿਸਪੌਂਸਿਬਿਲਿਟੀ ਹੈ, ਇੱਕ ਆਈਜੀ ਨੇ ਡੀਜੀਪੀ ਤੋਂ ਆਰਡਰ ਲੈਣਾ ਔਰ ਡੀਜੀਪੀ ਦੀ ਹੀ ਰਿਸਪੌਂਸਿਬਿਲਿਟੀ ਹੁੰਦੀ ਹੈ। ਉਸ ਵੇਲੇ ਦੀ ਗਵਰਨਮੈਂਟ ਨੇ ਆਪਣੇ ਲਈ ਡੀਜੀਪੀ ਨੂੰ ਟ੍ਰਾਂਸਫਰ ਆਊਟ ਕੀਤਾ। ਕਿਉਂ ਕੀਤਾ? ਇਹਦਾ ਮਤਲਬ ਉਹ ਮੰਨਦੇ ਸੀ ਕਿ ਸੁਮੇਧ ਸੈਣੀ ਦੀ ਗਲਤੀ ਹੈ। ਸੋ ਉਸੇ ਤਰ੍ਹਾਂ ਗਲਤੀ ਸੁਮੇਧ ਸੈਣੀ ਤੱਕ ਮੁੱਕ ਰਹੀ ਹੈ ਇਸ ਕੇਸ ਦੇ ਵਿੱਚ। ਜੇ ਸੀਐਮ ਦੀ ਕੋਈ ਡਾਇਰੈਕਸ਼ਨ ਸੀ, ਉਹਦੀ ਕੋਈ ਐਵੀਡੈਂਸ ਨਹੀਂ ਲੱਗੀ ਅਜੇ ਤੱਕ। ਮੇਅਰ ਕਾਲ ਡਿਟੇਲ ਨਾਲ ਸੀਐਮ ਨੂੰ ਅਪਰਾਈਜ਼ ਕਰਨ ਨੂੰ ਕੋਰਟ ਦਾ ਓਪੀਨੀਅਨ ਹੈ ਕਿ ਉਹਦੀ ਕਨੈਕਟੀਵਿਟੀ ਸ਼ੋ ਕਰਨਾ ਕਿਤੇ ਨਾ ਕਿਤੇ ਲੈਕਿੰਗ ਐਵੀਡੈਂਸ ਹੈ, ਐਵੀਡੈਂਸ ਦਾ ਲੈਕ ਸ਼ੋ ਹੋ ਰਿਹਾ ਉਹਦੇ ਵਿੱਚ, ਘੱਟ ਹੈ। ਤੇ ਕਨੈਕਟੀਵਿਟੀ ਸ਼ੋ ਕਰਨ ਦੀ ਕਿਤੇ ਇਸ ਪੂਰੇ 9 ਚਲਾਨਾਂ ਦੇ ਵਿੱਚ ਕੋਸ਼ਿਸ਼ ਦਿਖਦੀ ਨਜ਼ਰ ਆਉਂਦੀ ਹੈ? ਦੇਖੋ ਜੇ ਅਕਿਊਜ਼ਡ ਨਹੀਂ ਬਣਾਇਆ, ਮੈਨੂੰ ਤਾਂ ਅਜੇ ਪਤਾ ਨਹੀਂ ਫਿਰ ਉਹ ਕਿਉਂ ਨਹੀਂ ਬਣਾਇਆ, ਉਹ ਤਾਂ ਮਿਸਟਰ ਕੁੰਵਰ ਦੱਸ ਸਕਦੇ ਕਿ ਅਕਿਊਜ਼ਡ ਕਿਉਂ ਨਹੀਂ ਬਣਾਇਆ ਹੁਣ ਤੱਕ। ਉਹੀ ਗੱਲ ਕੋਰਟ ਨੇ ਆਖੀ ਹੈ ਕਿ ਜੇ 23 ਮਈ 2019 ਨੂੰ ਤੁਸੀਂ ਚਲਾਨ ਦੇ ਰਹੇ ਹੋ, ਐਵੀਡੈਂਸ ਤੁਹਾਡੇ ਕੋਲ ਆ ਚੁੱਕੀ ਹੈ, ਫਾਈਂਡਿੰਗ ਦੇ ਚੁੱਕੇ ਹੋ, ਤਾਂ ਅੱਜ ਤੱਕ ਤੁਸੀਂ ਕਿਉਂ ਨਹੀਂ ਅਕਿਊਜ਼ਡ ਬਣਾਇਆ? ਸੋ ਉਹਨਾਂ ਚੀਜ਼ਾਂ ਤੇ ਉਹੀ ਮੈਂ ਕਹਿ ਰਿਹਾ ਕਿ ਉਹ ਹਿੱਸਾ ਅਜੇ ਚੈਲੰਜ ਕਰ ਰਹੀ ਹੈ ਗਵਰਨਮੈਂਟ। ਸੋ ਮੈਨੂੰ ਨਹੀਂ ਪਤਾ ਉਹਦੀ ਕੀ ਆਊਟਕਮ ਹੁੰਦੀ ਹੈ, ਪਰ ਮੈਂ ਇਸ ਜੱਜਮੈਂਟ ਦੇ ਵਿੱਚ ਇਸ ਚੀਜ਼ ਦੀ ਜ਼ਰੂਰ ਤਾਰੀਫ ਕਰਾਂਗਾ ਕਿ ਟਾਈਮ ਬਾਉਂਡ ਇਨਵੈਸਟੀਗੇਸ਼ਨ ਪਹਿਲੀ ਵਾਰੀ ਇਹਨਾਂ ਕੇਸਿਸ ਦੇ ਵਿੱਚ ਆਰਡਰ ਹੋਈ ਹੈ, ਜੋ ਇੱਕ ਇਨਸਾਫ ਦੀ ਉਮੀਦ ਜਗਾ ਰਹੀ ਹੈ। ਬਿਲਕੁਲ। ਤੇ ਸਰ ਇੱਕ ਚੀਜ਼ ਮੈਂ ਹੋਰ ਪੁੱਛਾਂਗਾ, ਕਿਉਂਕਿ ਆਈਜੀ ਕੁੰਵਰ ਵਿਜੇ ਪ੍ਰਤਾਪ, ਚਲੋ ਹੁਣ ਤਾਂ ਮੇਰੇ ਖਿਆਲ 'ਚ ਫਾਰਮਰ ਹੋ ਗਏ ਨੇ, ਕੁੰਵਰ ਵਿਜੇ ਪ੍ਰਤਾਪ
ਜੀ ਨੂੰ ਲੈ ਕੇ ਇੱਕ ਇਹ ਬੜਾ ਬਣਿਆ ਸੀ ਵੀ ਕੁੰਵਰ ਵਿਜੇ ਪ੍ਰਤਾਪ ਜੀ ਹੀ ਇਸ ਟੀਮ ਨੂੰ ਲੀਡ ਕਰ ਰਹੇ ਨੇ ਜਾਂ ਇਸ ਐਸਆਈਟੀ ਨੂੰ ਲੀਡ ਕਰ ਰਹੇ ਨੇ। ਐਕਚੁਅਲ ਇਸ ਐਸਆਈਟੀ ਦੇ ਵਿੱਚ ਮੈਂਬਰ ਕੌਣ-ਕੌਣ ਸੀ ਤੇ ਐਸਆਈਟੀ ਨੂੰ ਲੀਡ ਕਰ ਕੌਣ ਰਹੇ ਸੀ? ਦੇਖੋ ਐਸਆਈਟੀ ਤਾਂ ਹੁਣ ਨਵੀਂ ਬਣਨੀ ਹੈ, ਉਦੋਂ ਮਿਸਟਰ ਪ੍ਰਬੋਧ ਕੁਮਾਰ ਹੈਡ ਕਰ ਰਹੇ ਸੀ, ਬਾਈ ਨੇਮ ਅਪਾਇੰਟ ਹੋਈ ਸੀ। ਉਸ ਤੋਂ ਬਾਅਦ ਸਬਸੀਕੁਐਂਟਲੀ ਚੇਂਜਸ ਵੀ ਹੋਈਆਂ। ਉਹਨਾਂ ਚੀਜ਼ਾਂ ਨੂੰ ਲੈ ਕੇ ਹੁਣ ਕੋਰਟ ਨੇ ਆ ਪੁੱਛਿਆ ਸੀ ਕਿ ਇੱਕ ਜਣਾ ਹੈ ਕਿ 5 ਜਣੇ ਹੈ ਮੈਂਬਰ, ਪਰ ਹੁਣ 3 ਮੈਂਬਰਸ ਦੀ ਐਸਆਈਟੀ ਬਣਨੀ ਹੈ। ਹੁਣ ਰੈਲੇਵੈਂਟ ਇਹ ਹੈ ਜੋ ਹੋ ਗਿਆ ਸੋ ਹੋ ਗਿਆ। ਮੈਂ ਤਾਂ ਇਹ ਫੀਲ ਕਰ ਰਿਹਾ ਜੋ ਰੈਲੇਵੈਂਟ ਇਹ ਹੈ ਕਿ ਕਿਹੜੇ ਆਫਿਸਰਸ ਦੀ ਹੁਣ ਐਸਆਈਟੀ ਬਣਦੀ ਹੈ, ਔਰ 6 ਮਹੀਨੇ ਵੀ ਲੱਗਦੇ ਆ ਕਿ ਉਸ ਤੋਂ ਪਹਿਲਾਂ ਤਫਤੀਸ਼ ਹੋ ਜਾਂਦੀ ਹੈ। ਉਹ ਚੀਜ਼ ਮਟੀਰੀਅਲ ਹੈ। ਸਰ ਕਿਤੇ ਚਲੋ ਮੈਂ ਹੁਣ ਥੋੜ੍ਹਾ ਹਟ ਕੇ ਕੁਐਸਚਨ ਕਰਾਂਗਾ ਕਿ ਜੇ ਤੁਹਾਨੂੰ ਲੱਗਦਾ ਹੈ ਵੀ ਚਲਾਨਾਂ ਦੇ ਪਿੱਛੇ ਜੇ 9 ਚਲਾਨ ਪੇਸ਼ ਕੀਤੇ ਗਏ ਨੇ, ਉਹਨਾਂ ਚਲਾਨਾਂ ਦੇ ਪਿੱਛੇ ਕੋਈ ਸਿਆਸਤ ਵੀ ਹੋ ਸਕਦੀ ਹੈ ਜਾਂ ਕੋਈ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਹੋ ਸਕਦੀ ਹੈ? ਦੇਖੋ ਚਲਾਨ ਸੈਟੀਸਾਈਡ ਕਰਤੇ ਇਸ ਕੇਸ ਤੇ 4 ਚਲਾਨ। ਅਸੀਂ ਆਹ ਦੇਖੀਏ ਕਿ ਜੋ ਹੋ ਗਿਆ, ਮੈਂ ਫਿਰ ਉਹੀ ਕਹਾਂਗਾ ਐਜ਼ ਅ ਲਾਇਰ ਵੀ ਹੈਵ ਟੂ ਸੀ ਕਿ ਇਨਸਾਫ ਕਿੰਨੀ ਛੇਤੀ ਮਿਲ ਰਿਹਾ। ਸਾਡੀ ਐਫਰਟ ਜਸਟਿਸ ਵੱਲ ਹੁੰਦੀ ਹੈ। ਅੱਜ ਜ਼ਰੂਰੀ ਇਹ ਹੈ ਕਿ ਜਸਟਿਸ ਛੇਤੀ ਤੋਂ ਛੇਤੀ ਮਿਲ ਜਾਏ, ਨਾ ਕਿ ਕੀ ਹੋ ਗਿਆ, ਉਹਦੇ ਵਿੱਚ ਕੀ ਕਮੀਆਂ ਰਹਿ ਗਈਆਂ। ਇੱਕ ਫੇਅਰ ਇਨਵੈਸਟੀਗੇਸ਼ਨ ਕਰਕੇ ਕਨਕਲੂਡ ਹੋ ਜਾਏ ਇਨਵੈਸਟੀਗੇਸ਼ਨ ਛੇਤੀ, ਐਫਰਟ ਔਰ ਸਾਰਾ ਜ਼ੋਰ ਉਸ ਪਾਸੇ ਲੱਗਣਾ ਚਾਹੀਦਾ ਹੈ। ਬਾਕੀ ਸਾਰਾ ਇਮੈਟੀਰੀਅਲ ਹੈ। ਸਰ ਮੇਰਾ ਆਖਰੀ ਸਵਾਲ ਕਿ ਜਿਹੜੇ ਹੁਣ ਮਾਣਯੋਗ ਕੋਰਟ ਦੇ ਆਰਡਰ ਆਏ ਨੇ ਕਿ ਦੋ ਚੀਜ਼ਾਂ ਨੇ, ਜਾਂ ਤਾਂ ਸਰਕਾਰ ਇਹਨਾਂ ਨੂੰ ਮੰਨੇਗੀ ਤੇ ਜਿਹੜਾ ਟਾਈਮ ਬਾਉਂਡ ਦਿੱਤਾ ਗਿਆ ਵੀ ਸਿੱਟ ਬਣਾ ਕੇ ਤੁਸੀਂ ਟਾਈਮ ਤੱਕ ਇਨਵੈਸਟੀਗੇਸ਼ਨ ਕੰਪਲੀਟ ਕਰੋ, ਜਾਂ ਫਿਰ ਇਸ ਨੂੰ ਚੈਲੰਜ ਕੀਤਾ ਜਾਵੇਗਾ। ਦੋਨੋਂ ਹੀ ਸੂਰਤਾਂ ਵਿੱਚ ਕੀ ਤਸਵੀਰ ਰਹਿ ਸਕਦੀ ਹੈ? ਦੋਵੇਂ ਕੇਸਿਸ ਦੇ ਵਿੱਚ ਜੀ ਜੇ ਚੈਲੰਜ ਕਰ ਲਓ, ਡਿਪੈਂਡ ਕਰਦਾ SLP ਪਾਉਂਦੇ ਆ ਤੇ ਉਹਦੀ ਕੀ ਆਊਟਕਮ ਹੁੰਦੀ ਹੈ, ਨੋਟਿਸ ਹੁੰਦਾ ਹੈ ਜਾਂ ਡਿਸਮਿਸ ਹੁੰਦੀ ਹੈ ਜਾਂ ਸਟੇ ਵੀ ਗ੍ਰਾਂਟ ਹੁੰਦਾ ਹੈ ਕਿ ਨਹੀਂ। ਉਹ ਸਿਚੁਏਸ਼ਨ ਅੱਡ ਹੋ ਜਾਂਦੀ ਹੈ ਕਿਉਂਕਿ ਉਹ ਹੋ ਗਿਆ ਤਾਂ ਚੀਜ਼ ਥੋੜ੍ਹੀ ਜਿਹੀ ਲੰਬੇ ਖਾਤੇ ਚਲੀ ਜਾਂਦੀ ਹੈ। ਦੂਜੇ ਪਾਸੇ ਜੇ ਚੈਲੰਜ ਨਹੀਂ ਕਰਦੇ, ਨਵੀਂ SIT ਬਣਾ ਕੇ ਇੰਪਲੀਮੈਂਟ ਕਰ ਦਿੰਦੇ ਆ ਤੇ ਫਿਰ ਇਹ ਹੋ ਸਕਦਾ 6 ਮਹੀਨੇ 'ਚ ਪੂਰੀ ਕਰ ਦੇਣ ਇਨਵੈਸਟੀਗੇਸ਼ਨ। ਔਰ ਕਿਤੇ ਵੀ ਮੈਂ ਫਿਰ ਉਹੀ ਕਹਾਂਗਾ ਕਿਸੇ ਵੀ ਸਾਈਡ ਨੇ ਇਸ ਕੇਸ ਦੇ ਵਿੱਚ ਆ ਨਹੀਂ ਕਿਹਾ ਕਿ ਇਨਵੈਸਟੀਗੇਸ਼ਨ ਨਾ ਕਰੋ। ਮੈਂ ਤਾਂ ਕੋਰਟ ਦੇ ਆਰਡਰ ਦੀ ਸਭ ਤੋਂ ਵੱਡੀ ਚੀਜ਼ ਆਹੀ ਗਿਣ ਰਿਹਾ ਕਿ ਟਾਈਮ ਬਾਉਂਡ ਇਨਵੈਸਟੀਗੇਸ਼ਨ ਹੋਣ ਜਾ ਰਹੀ ਹੈ, ਜੋ ਸਾਨੂੰ ਬਹੁਤ ਦੇਰ ਤੋਂ ਮੇਰੇ ਓਪੀਨੀਅਨ ਦੇ ਵਿੱਚ ਇਸ ਕੇਸ ਦੀ ਇੱਕ ਰਿਕੁਆਇਰਮੈਂਟ ਸੀ। ਤੇ ਇਸ ਕੇਸ ਵਿੱਚ ਮੇਰੇ ਖਿਆਲ ਪਹਿਲੀ ਵਾਰ ਹੋਇਆ ਇੱਦਾਂ? ਬਿਲਕੁਲ ਪਹਿਲੀ ਵਾਰੀ ਹੋਇਆ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਐਡਵੋਕੇਟ ਪ੍ਰਦੀਪ ਵਿਰਕ ਜਿਨ੍ਹਾਂ ਨੇ ਆਲਮੋਸਟ ਸਾਰੀਆਂ ਗੱਲਾਂ ਜਿਹੜੇ ਤੱਥ ਨੇ ਆਰਡਰ ਦੇ ਉਹ ਦੱਸੇ ਨੇ। ਤੇ ਵੱਡੀ ਗੱਲ ਇਹ ਹੈ ਜਿਵੇਂ ਸਰ ਨੇ ਵੀ ਕਿਹਾ ਹੈ, ਬੇਸ਼ੱਕ ਮਾਣਯੋਗ ਕੋਰਟ ਦੇ ਆਰਡਰ ਤੋਂ ਬਾਅਦ ਬਹੁਤ ਜ਼ਿਆਦਾ ਸਿਆਸਤ ਹੋਈ ਹੈ। IG ਕੁੰਵਰ ਵਿਜੇ ਪ੍ਰਤਾਪ ਨੇ ਰਿਜ਼ਾਈਨ ਤੱਕ ਦੇਣ ਦੀ ਨੌਬਤ ਆ ਗਈ, ਜਾਂ ਫਿਰ ਬਿਆਨਬਾਜ਼ੀ ਜਿਵੇਂ ਪਹਿਲਾਂ ਵੀ ਕਿਹਾ ਨਵਜੋਤ ਸਿੰਘ ਸਿੱਧੂ ਹਾਲਾਂਕਿ ਪਹਿਲਾਂ ਵੀ ਨਿਸ਼ਾਨਾ ਵਿੰਨਦੇ ਰਹਿੰਦੇ ਸੀ ਕਾਂਗਰਸ ਤੇ, ਪਰ ਉਸ ਤੋਂ ਬਾਅਦ ਟਵਿੱਟਰ ਵਾਰ ਜ਼ਿਆਦਾ ਸ਼ੁਰੂ ਹੋ ਗਈ। ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਮੌਕਾ ਮਿਲਿਆ ਕਿ ਅਸੀਂ ਬੋਲ ਸਕੀਏ। ਪਰ ਸਵਾਲ ਇੱਥੇ ਇਹ ਨਹੀਂ, ਜੇ ਸ਼ੁਰੂ ਤੋਂ ਹੀ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਸੀ ਵੀ ਇਹਨਾਂ ਨੇ ਸਭ ਕੁਝ ਕੀਤਾ ਹੈ, ਵਿਧਾਨ ਸਭਾ ਦੇ ਵਿੱਚ ਵੀ ਗੱਲਾਂ ਹੋਈਆਂ, ਝੋਲੀ ਤੱਕ ਅੱਡੀ ਗਈ ਨਵਜੋਤ ਸਿੰਘ ਸਿੱਧੂ ਵੱਲੋਂ, ਤਾਂ 9 ਚਲਾਨਾਂ ਦੇ ਵਿੱਚ ਐਜ਼ ਐਕਿਊਜ਼ਡ ਇਹਨਾਂ ਦਾ ਨਾਮ ਕਿਉਂ ਨਹੀਂ ਦਰਜ ਕੀਤਾ ਗਿਆ? ਤੇ ਦੂਜਾ ਵੱਡਾ ਸਵਾਲ ਇਹ ਵੀ ਹੈ ਕਿ ਹੁਣ ਜਿਹੜੀ ਨਵੀਂ ਸਿੱਟ ਦੀ ਗੱਲ ਕਹੀ ਗਈ ਹੈ ਮਾਣਯੋਗ ਕੋਰਟ ਵੱਲੋਂ, ਕਿ ਉਹ ਸਰਕਾਰ ਮੰਨੇਗੀ? ਕਿਉਂਕਿ ਪਹਿਲੀ ਵਾਰ ਮੇਰੇ ਖਿਆਲ ਜਿਵੇਂ ਐਡਵੋਕੇਟ ਪ੍ਰਦੀਪ ਵਿਰਕ ਜੀ ਨੇ ਵੀ ਦੱਸਿਆ ਹੈ ਕਿ ਪਹਿਲੀ ਵਾਰ ਇੰਨਾ ਵਧੀਆ ਆਰਡਰ ਦਿੱਤਾ ਗਿਆ ਹੈ ਕਿ ਟਾਈਮ ਬਾਉਂਡ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕੰਪਲੀਟ ਕੀਤੀ ਜਾਵੇ 6 ਮਹੀਨਿਆਂ ਦੇ ਅੰਦਰ ਅੰਦਰ। ਮਤਲਬ 2022 ਦੀਆਂ ਚੋਣਾਂ ਤੋਂ ਪਹਿਲਾਂ ਇਹ ਮਾਮਲਾ ਜੇ ਮਾਣਯੋਗ ਕੋਰਟ ਦੇ ਆਰਡਰ ਮੰਨੇ ਜਾਣ ਤਾਂ ਕਲੀਅਰ ਹੋ ਸਕਦਾ ਹੈ। 2017 ਵਿੱਚ ਖਮਿਆਜ਼ਾ ਭੁਗਤ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ, ਕਿ 2022 ਦੇ ਵਿੱਚ ਵੀ ਭੁਗਤੇਗੀ, ਜਾਂ ਫਿਰ ਹੁਣ IG ਕੁੰਵਰ ਵਿਜੇ ਪ੍ਰਤਾਪ ਜਿਵੇਂ ਕਿਆਸਰਾਈਆਂ ਲੱਗ ਰਹੀਆਂ ਸੀ ਵੀ ਕੋਈ ਸਿਆਸੀ ਲਾਹਾ ਵੀ ਲੈ ਸਕਦੇ ਨੇ? ਇਹ ਆਉਣ ਵਾਲਾ ਸਮਾਂ ਦੱਸੇਗਾ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।